ओवरव्यू ऑफ अमाइनो एसिड मेटाबॉलिज्म फुल विजिबल है ना? हाँ जी, हाँ। ओके, मेटाबॉलिज्म। ਹੁਣ ਜਿਹੜੇ ਪ੍ਰੋਟੀਨਸ ਆਪਾਂ ਖਾਂਦੇ ਆ ਉਹ ਪ੍ਰੋਟੀਨਸ ਬ੍ਰੇਕ ਡਾਊਨ ਹੋ ਕੇ ਅਮਾਈਨੋ ਐਸਿਡਸ ਬਣਾਉਂਦੇ ਆ, ਰਾਈਟ? ਹੁਣ ਇਹ ਜਿਹੜੇ Okay. ਅਮਾਈਨੋ ਐਸਿਡਸ ਹੁੰਦੇ ਆ ਇਹਨਾਂ ਦਾ ਦੋ ਟਾਈਪ ਨਾਲ ਇਹ ਚੈਨਲਾਈਜ਼ ਹੋ ਸਕਦੇ ਆ। ਫਸਟ, ਬੋਡੀ ਨੂੰ ਜਿਹੜੇ ਪ੍ਰੋਟੀਨ ਚਾਹੀਦੇ ਉਹਨਾਂ ਦੀ ਸਿੰਥੇਸਿਸ ਵਾਸਤੇ, ਬਾਇਓਸਿੰਥੇਸਿਸ ਆਫ ਨਿਊ ਪ੍ਰੋਟੀਨਸ। ਤੇ ਸੈਕਿੰਡ, ਜਿਹੜੇ ਐਕਸਟਰਾ ਹੈਗੇ ਆ ਉਹਨਾਂ ਦੀ ਡੀਗ੍ਰੇਡੇਸ਼ਨ ਹੋ ਜਾਂਦੀ ਆ, ਡੀਗ੍ਰੇਡੇਸ਼ਨ ਆਫ ਅਮਾਈਨੋ ਐਸਿਡਸ ਫॉर एनर्जी जनरेशन। ਹੁਣ ਕੁਐਸਚਨ ਇਹ ਆ ਕਿ ਇਹਨਾਂ ਦੀ ਡੀਗ੍ਰੇਡੇਸ਼ਨ ਹੁੰਦੀ ਕਿਉਂ ਆ? ਉਹਦੇ 3 ਰੀਜ਼ਨਸ ਆ। degradation means breakdown. First reason, अगर ਆਪਾਂ ਹੱਦ ਤੋਂ ਜ਼ਿਆਦਾ ਪ੍ਰੋਟੀਨਸ ਇਨਟੇਕ ਕਰ ਲਈਏ, ਮਤਲਬ ਜਿੰਨੇ ਬੋਡੀ ਨੂੰ ਜ਼ਰੂਰਤ ਨਹੀਂ ਹੈਗੀ ਉਹ ਉਹਨੇ ਜ਼ਿਆਦਾ ਸਾਰੇ ਪ੍ਰੋਟੀਨ ਇਨਟੇਕ ਕਰ ਲਈਏ ਤੇ ਫਿਰ ਉਹਦੇ ਨਾਲ ਅਮਾਈਨੋ ਐਸਿਡ ਬਣਨਗੇ, ਸਰਪਲਸ ਅਮਾਈਨੋ ਐਸਿਡ, ਮਤਲਬ ਬਹੁਤ ਸਾਰੇ ਅਮਾਈਨੋ ਐਸਿਡ ਬਣ ਜਾਣਗੇ ਤੇ ਇਹਨਾਂ ਨੂੰ ਸਟੋਰ ਨਹੀਂ ਕੀਤਾ ਜਾ ਸਕਦਾ ਬੋਡੀ 'ਚ। ਜੇ ਸਟੋਰ ਨਹੀਂ ਕੀਤਾ ਜਾ ਸਕਦਾ ਤੇ ਫਿਰ ਇਹਨਾਂ ਦੀ ਡੀਗ੍ਰੇਡੇਸ਼ਨ ਕਰਕੇ ਇਹਨਾਂ ਤੋਂ એનર્ਜੀ ਨਿਕਾਲ ਲਈ ਜਾਂਦੀ ਹੈ। ਸੈਕਿੰਡ, ਜਿੱਦਾਂ ਹੁਣ ਪ੍ਰੋਟੀਨਸ ਆ, ਪ੍ਰੋਟੀਨਸ ਤੋਂ ਅਮਾਈਨੋ ਐਸਿਡਸ ਬਣੇ, ਮੰਨ ਲਓ 20 ਟਾਈਪ ਦੇ ਡਿਫਰੈਂਟ ਅਮਾਈਨੋ ਐਸਿਡਸ ਬਣ ਰਹੇ ਆ। ਹੁਣ ਉਹਦੇ ਚੋਂ ਮੰਨ ਲਓ ਕਿ 18 ਟਾਈਪ ਦੇ ਜਿਹੜੇ ਅਮਾਈਨੋ ਐਸਿਡਸ ਆ ਉਹ ਆਪਾਂ ਬਾਇਓਸਿੰਥੇਸਿਸ 'ਚ ਯੂਜ਼ ਕਰ ਲਏ, ਠੀਕ ਹੈ? ਤੇ ਬਾਕੀ ਦੇ ਜਿਹੜੇ 2 ਟਾਈਪ ਦੇ ਅਮਾਈਨੋ ਐਸਿਡ ਬਚੇ ਉਹ ਕਿਤੇ ਯੂਜ਼ ਨਹੀਂ ਹੋ ਰਹੇ ਹੈਗੇ ਤੇ ਫਿਰ ਉਹਨਾਂ ਦੀ ਕੀ ਕਰਾ ਦੇਣੀ ਹੈ? ਡੀਗ੍ਰੇਡੇਸ਼ਨ, ਤਾਂ ਕਿ ਉਹਨਾਂ 'ਚੋਂ એનર્ਜੀ ਰਿਲੀਜ਼ ਕੀਤੀ ਜਾਵੇ। ਥਰਡ, ਜੇ ਕਿਸੇ ਪਰਸਨ ਨੂੰ ਡਾਇਬੀਟੀਜ਼ ਹੁੰਦੀਆਂ, ਡਾਇਬੀਟੀਜ਼ ਮੈਲਾਈਟਸ, ਤਾਂ ਉਹਦੇ ਕੇਸ 'ਚ ਕੀ ਹੁੰਦਾ ਕਿ ਕਾਰਬੋਹਾਈਡਰੇਟ ਲੈਸ ਅਵੇਲੇਬਲ, ਤੇ ਸਾਨੂੰ ਪਤਾ ਬੋਡੀ ਦੀ ਜਿਹੜੀ ਮੈਕਸਿਮਮ એનર્ਜੀ ਆ ਉਹ ਕਾਰਬੋਹਾਈਡਰੇਟਸ ਤੋਂ ਹੀ ਮਿਲਦੀ ਹੈ। ਅਗਰ ਕਾਰਬੋਹਾਈਡਰੇਟਸ ਲੈਸ ਅਵੇਲੇਬਲ ਹੋਣਗੇ ਤਾਂ ਪ੍ਰੋਟੀਨਸ ਨੂੰ, ਅਮਾਈਨੋ ਐਸਿਡਸ ਨੂੰ ਡੀਗ੍ਰੇਡ ਕਰਕੇ ਉੱਤੇ એનર્ਜੀ ਨਿਕਾਲ ਲਈ ਜਾਏਗੀ, ਰਾਈਟ? ਹੁਣ ਡੀਗ੍ਰੇਡੇਸ਼ਨ ਪ੍ਰੋਸੈਸ ਬਾਰੇ ਗੱਲ ਕਰਨੀ ਹੈ। ਡੀਗ੍ਰੇਡੇਸ਼ਨ, ਡੀਗ੍ਰੇਡੇਸ਼ਨ ਮੀਨਸ ਕੀ ਹੁੰਦਾ ਹੈਗਾ? ਬ੍ਰੇਕਡਾਊਨ, ਠੀਕ ਹੈ? ਤੇ ਬ੍ਰੇਕਡਾਊਨ ਲਈ ਆਪਾਂ ਦੂਸਰਾ ਵਰਡ ਵੀ ਯੂਜ਼ ਕਰ ਸਕਦੇ ਹਾਂ, ਕੈਟਾਬੋਲਿਜ਼ਮ। ਠੀਕ ਹੈ? ਹੁਣ ਕੈਟਾਬੋਲਿਜ਼ਮ 'ਚ ਕੀ ਹੁੰਦਾ ਉਹਦਾ ਮੈਂ ਇੱਕ ਓਵਰਵਿਊ ਦੇਣ ਲੱਗੀ ਹਾਂ। overview of amino acid catabolism। ਹੁੰਦਾ ਕੀ ਆ, ਜਿਹੜੇ ਬੋਡੀ ਦੇ ਇੰਟਰਾਸੈਲੂਲਰ ਪ੍ਰੋਟੀਨਸ ਆ इंट्रासैलुलर प्रोटीन्स मतलब जेडे इंट्रासैलुलर प्रोटीन्स भी हो सकते या डाइटरी प्रोटीन्स, मतलब जेडे आप डाइट ना प्रोटीन्स लेंदे हैं, इन्हां दी जदों ब्रेकडाउन होएगी ब्रेकडाउन होके अमाइनो एसिड निकलणगे, ठीक है?
ਹੁਣ ਇੱਕ ਅਮਾਈਨੋ ਐਸਿਡ ਦਾ ਬੇਸਿਕ ਸਟਰਕਚਰ ਕੀ ਹੁੰਦਾ? ਕਾਰਬੋਕਸਿਲਿਕ ਗਰੁੱਪ ਲੱਗਾ ਹੋਏਗਾ, ਹਾਈਡਰੋਜਨ, ਇੱਥੇ ਅਮਾਈਨੋ ਗਰੁੱਪ ਲੱਗਾ ਹੁੰਦਾ ਔਰ ਇੱਥੇ ਇਹਨਾਂ ਦਾ ਆਰ ਗਰੁੱਪ ਹੁੰਦਾ, ਰਾਈਟ। ਹੁਣ ਕੋਈ ਵੀ ਅਮਾਈਨੋ ਐਸਿਡ ਦੀ ਜਦੋਂ ਡੀਗ੍ਰੇਡੇਸ਼ਨ ਹੋਣੀ ਹੈ ਨਾ, ਉਹਦੇ ਚ ਦੋ ਚੀਜ਼ਾਂ ਨਿਕਲਣੀਆਂ ਹੈਗੀਆਂ। ਫਸਟ ਵਨ ਇਜ਼ ਅਮਾਈਨੋ ਗਰੁੱਪ ਤੇ ਦੂਸਰਾ ਕੀਟੋ ਐਸਿਡ। NH3 ਹੈ, ਇੱਕ ਵਾਲਾ H4 ਮੀਨਸ ਕਿ ਇੱਕ ਅਮਾਈਨੋ ਐਸਿਡ ਅਮਾਈਨੋ ਗਰੁੱਪ ਬਣ ਜਾਂਦਾ। ਜਦੋਂ ਵੀ ਕੋਈ ਅਮਾਈਨੋ ਐਸਿਡ ਬ੍ਰੇਕਡਾਊਨ ਹੁੰਦਾ, ਅਮਾਈਨੋ ਐਸਿਡ ਤੋਂ ਅਮਾਈਨੋ ਗਰੁੱਪ ਰਿਲੀਜ਼ ਹੋ ਜਾਂਦਾ ਔਰ ਇੱਕ ਕੰਪਾਊਂਡ ਬਣਦਾ, ਇਹਨੂੰ ਆਪਾਂ ਕੀ ਕਹਿੰਦੇ, ਐਲਫਾ ਕੀਟੋ ਐਸਿਡ, ਰਾਈਟ। ਨੋਟਬੁੱਕ ਦੇ ਨਾਲ ਨਾਲ ਨੋਟ ਕਰ ਲਿਓ, ਇੱਥੋਂ ਇੰਪੋਰਟੈਂਟ ਚੀਜ਼ਾਂ ਸਟਾਰਟ ਹੋ ਗਈਆਂ ਔਰ ਇਹ ਸਿਲੇਬਸ 'ਚ ਵੀ ਹੈਗੀਆਂ। हाँ हाँ लिखदी पई हां। ਆ ਜਿਹੜਾ ਐਲਫਾ ਕੀਟੋ ਐਸਿਡ ਆ ਨਾ, ਇਹਨੂੰ ਆਪਾਂ ਕਾਰਬਨ ਸਕੈਲਟਨ ਵੀ ਬੋਲ ਦਿੰਦੇ ਆ, ਰਾਈਟ। ਹੁਣ ਦੋ ਚੀਜ਼ਾਂ ਬਣੀਆਂ, ਇੱਕ ਤਾਂ ਬਣਿਆ ਆਪਣੇ ਕੋ ਅਮਾਈਨੋ ਗਰੁੱਪਸ, ਇੱਕ ਬਣੇ ਕਾਰਬਨ ਸਕੈਲਟਨਸ। ਹੁਣ ਜਿਹੜੇ ਆ ਅਮਾਈਨੋ ਗਰੁੱਪਸ ਹੈਗੇ ਆ, ਇਹਨਾਂ ਨੂੰ ਆਪਾਂ ਦੋ ਤਰੀਕੇ ਨਾਲ ਯੂਜ਼ ਕਰ ਸਕਦੇ ਆ। ਫਸਟ ਕਿ ਜਿਹੜੇ ਨਿਊ ਅਮਾਈਨੋ ਐਸਿਡਸ ਦੀ ਬਾਇਓਸਿੰਥੇਸਿਸ ਹੋਣੀ ਆ ਉਹਦੇ ਵਿੱਚ, ਤੇ ਦੂਸਰਾ ਇਹਦੇ ਤੋਂ ਇੱਕ ਕੰਪਾਊਂਡ ਬਣਾਇਆ ਜਾਂਦਾ, ਉਹਨੂੰ ਆਪਾਂ ਕਹਿੰਦੇ ਆ ਕਾਰਬਾਮੋਇਲ ਫਾਸਫੇਟ। ਤੇ ਕਾਰਬਾਮੋਇਲ ਫਾਸਫੇਟ ਨੂੰ ਅੱਗੇ ਯੂਜ਼ ਕਰ ਲੈਂਦੇ ਆ ਯੂਰੀਆ ਸਾਈਕਲ 'ਚ। ਤੇ ਯੂਰੀਆ ਸਾਈਕਲ 'ਚ ਯੂਜ਼ ਕਰਨ ਤੋਂ ਬਾਅਦ ਅਮੋਨੀਆ, ਯੂਰੀਆ ਜਾਂ ਯੂਰਿਕ ਐਸਿਡ ਬਣਦਾ, ਜਿਹਨੂੰ ਕਿ ਬੋਡੀ ਤੋਂ ਐਕਸਕ੍ਰੀਟ ਕਰ ਦਿੱਤਾ ਜਾਂਦਾ। ਤੇ ਜਿਹੜੇ ਕਾਰਬਨ ਸਕੈਲੇਟਨ ਆ, ਇਹਨਾਂ ਦਾ ਇੱਕ ਅਲੱਗ ਪਾਥਵੇ ਆ। ਕਾਰਬਨ ਸਕੈਲੇਟਨ ਮੀਨਸ alpha keto acids, alpha keto acids ਵੀ specifically alpha keto glutarate, ਉਹਨੂੰ ਯੂਜ਼ ਕਰ ਲਿੱਤਾ ਜਾਂਦਾ TCA ਸਾਈਕਲ 'ਚ। TCA ਸਾਈਕਲ ਤੋਂ ਬਣਦਾ ਆਕਜ਼ੈਲੋ ਐਸੀਟੇਟ, ਤੇ ਆਕਜ਼ੈਲੋ ਐਸੀਟੇਟ ਦੀ ਗਲੂਕੋਨੀਓਜੈਨੇਸਿਸ ਕਰਵਾ ਦਿੱਤੀ ਜਾਂਦੀ। ਗਲੂਕੋਨੀਓਜੈਨੇਸਿਸ ਦੇ ਵਿੱਚ ਗਲੂਕੋਜ਼ ਫਾਰਮ ਹੋ ਜਾਂਦਾ। ਮਤਲਬ ਦੇਖਿਆ ਕਿੱਦਾਂ ਆਪਾਂ ਅਮਾਈਨੋ ਐਸਿਡ ਦਾ ਯੂਜ਼ ਕਰਕੇ, ਹੁਣ ਜਿਹੜੇ ਪਰਸਨ ਨੂੰ ਡਾਇਬੀਟੀਜ਼ ਆ, ਉਹ ਪਰਸਨ ਪ੍ਰੋਟੀਨ ਦਾ ਜ਼ਿਆਦਾ ਇੰਟੇਕ ਕਰਦਾ, ਕਾਰਬੋਹਾਈਡਰੇਟ ਦੀ ਕਮੀ ਹੁੰਦੀ ਆ, ਤੇ ਪ੍ਰੋਟੀਨ ਤੋਂ ਅਮਾਈਨੋ ਐਸਿਡ ਬਣਾ ਕੇ ਆਪਾਂ ਉਹਦਾ ਗਲੂਕੋਜ਼ 'ਚ ਕਨਵਰਸ਼ਨ ਕਰਵਾ ਸਕਦੇ ਹਾਂ। ਤੇ ਉਹ ਗਲੂਕੋਜ਼ ਅੱਗੋਂ એનર્ਜੀ ਯੀਲਡਿੰਗ ਪ੍ਰੋਸੈਸਿਸ ਜਿੱਦਾਂ ਕਿ ਗਲਾਈਕੋਲਾਈਸਿਸ, TCA ਸਾਈਕਲ ਵਗੈਰਾ 'ਚ ਜਾ ਕੇ ਉਸ ਪਰਸਨ ਨੂੰ ਪ੍ਰੋਪਰ એનર્ਜੀ ਪ੍ਰੋਵਾਈਡ ਕਰ ਸਕਦਾ, ਰਾਈਟ। ਔਰ ਇਹਦੇ ਨਾਲ ਨਾਲ ਹੀ ਇੱਕ ਸਾਈਕਲ ਚੱਲਦਾ ਸ਼ੰਟ ਆਫ TCA ਸਾਈਕਲ, ਉਹਦੇ ਅੰਦਰ ਕੀ ਹੁੰਦਾ ਹੈਗਾ, ਐਸਪਾਰਟੇਟ, ਆਰਜਿਨਿਨ। ਕਿੱਦਾਂ ਕੀ ਕਿਹਾ, ਐਸਪਾਰਟੇਟ ਕੀ ਹੁੰਦਾ ਹੈ? ਅਮਾਈਨੋ ਐਸਿਡਸ ਆ ਇਹ ਦੋਨੋਂ, ਐਸਪਾਰਟੇਟ ਤੇ ਆਰਜਿਨਿਨ, ਇਹਨਾਂ ਦਾ ਸ਼ੰਟ ਚੱਲਦਾ ਨਾਲ, ਮਤਲਬ ਇਹਨਾਂ ਦੀ ਵੀ ਨਾਲ ਨਾਲ ਪ੍ਰੋਡਕਸ਼ਨ ਹੋ ਜਾਂਦੀ ਆ, ਮੇਨ ਗੱਲ ਆ ਬਾਇਓਮੈਟਾਬੋਲਿਜ਼ਮ ਇਹਨਾਂ ਦਾ। TCA ਸਾਈਕਲ ਤੋਂ ਆਫ ਕੋਰਸ ਕਾਰਬਨ ਡਾਈਆਕਸਾਈਡ, ਵਾਟਰ ਤੇ ATP ਰਿਮੂਵ ਹੋਣੇ। हाँ जी ਨੈਕਸਟ ਹੁਣ ਇੰਪੋਰਟੈਂਟ ਗੱਲ, ਸੈਂਟਰਲ ਅਮਾਈਨੋ ਐਸਿਡਸ ਕਿਹੜੇ ਹੁੰਦੇ ਆ ਜਿਹੜੇ ਕਿ ਇਹਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਦੇ ਆ ਮੈਟਾਬੋਲਿਜ਼ਮ 'ਚ। 4 ਮੇਨ ਹੈਗੇ ਆ, ਦੈਟ ਇਜ਼ ਗਲੂਟਾਮੇਟ, glutamine,
एस्पार्टेट ते एलानाइन, राइट। ग्लूटामेट ते ग्लूटामाइन, इन्हां तो आपां अल्फा कीटोग्लूटरेट बना सकते हैं। अल्फा कीटोग्लूटरेट टीसीए साइकिल च यूज हुंदा। एलानिन भी एक अमाइनो एसिड आ, एलानिन तो आपां पायरूवेट बना सकते हैं। ते सानू बहुत अच्छी तरह पता कि ग्लाइकोलाइसिस दा एंड प्रोडक्ट भी पायरूवेट हुंदा, वो भी टीसीए साइकिल च जा सकदा अगे। फिर एस्पार्टेट जिहड़ा अमाइनो एसिड आ, ओहदे तो ऑक्सैलो एसीटेट बना लिया जांदा, ते ऑक्सैलो एसीटेट अगे ग्लूकोनियोजेनेसिस च जाके ग्लूकोज बना सकदा, उतो दोबारा पायरूवेट वगैरह बन के टीसीए साइकिल फिर एनर्जी रिलीज हो सकती है। हुण अच्छी तरह इनू समझण वास्ते कैटाबॉलिज्म नु, ट्रांसएमिनेशन रिएक्शंस नु, चार स्ट्रक्चर्स, पांच स्ट्रक्चर्स जेहड़े अच्छी तरह याद करने हैं। ग्लूटामेट दा स्ट्रक्चर, ग्लूटामेट की एक अमाइनो एसिड है, इहदा मतलब आ चीज तो कॉमन रहनी है इहदे च। NH3 पॉजिटिव, ग्लूटामेट CH2 CH2 COO नेगेटिव, सिर्फ आ ग्रुप चेंज होया इत्थे, राइट। हुण अगर मैं ग्लूटामीन दा स्ट्रक्चर बनावां, ग्लूटामीन च की होएगा, आ तां कॉमन ही हुंदा हर अमाइनो एसिड च। CH2 अमीन है ना, मतलब अमाइनो ग्रुप लगना, अमाइन। इरेज ना करी 2 मिनट। अच्छा और कोई हैगा वा, तू कल्ली है? बना लिया, आज पता नहीं हैगी आ। समझ आंदा पिया ना? जिथे नहीं आऊगा ना उते पूछ लियो। बना ठीक लिया है। ना? हाँ हाँ फिर अगला स्ट्रक्चर एलानाइन, एच भी सेम होई, COO नेगेटिव तो होएगा ही, आता हर अमाइनो एसिड च होना ही है, अमाइनो ग्रुप कार्बोक्सिलिक ग्रुप, राइट। ते एलानिन ते की हुंदा इत्थे R ग्रुप CH2 हुंदा हैगा। फिर आएगा एस्पार्टेट, आता कॉमन ही, एदा R ग्रुप की हुंदा हैगा CH2 COO नेगेटिव। ये अच्छी तरह लर्न करने हैं बस ਆਪਾਂ स्ट्रक्चर। फिर आ गया पायरूवेट, ए अमाइनो एसिड नहीं हुंदा, राइट। ग्लूकोज मेटाबॉलिज्म दा एंड प्रोडक्ट है ग्लाइकोलाइसिस दा, COO नेगेटिव CH2 पायरूवेट। डन। 1 मिनट। हाँ ठीक है। एक मजेदार गल देखो इत्थे, एलानाइन आ जिद्दां, हुण एलानाइन तो अगर मैं NH3 ते आ वाला H रिमूव करके इत्थे ऑक्सीजन ऐड करा दा तां पायरूवेट बन जांदा। हुण अल्फा कीटो ग्लूटरिक एसिड, अल्फा कीटो ग्लूटरेट, इहदा स्ट्रक्चर की है? COO नेगेटिव सेम, CH2 CH2 COO नेगेटिव। इनके स्ट्रक्चर याद हो गए ना तो फिर इजीली सारा हो सकता है। ਹੁਣ ਆ ਰਹੀ ਹੈ ਮੈਂ ਕਿ ਐਕਚੁਅਲੀ ਚ ਕਿੱਦਾਂ ਇਹਨਾਂ ਦਾ ਮੈਟਾਬੋਲਿਜ਼ਮ ਕਿੱਥੇ ਕਿੱਥੇ ਹੁੰਦਾ ਹੈਗਾ। ਲੈਟਸ ਟਾਕ ਅਬਾਊਟ, ਸਭ ਤੋਂ ਪਹਿਲਾਂ
ਇੰਟਰਾਸੈਲੂਲਰ ਪ੍ਰੋਟੀਨਸ ਜਾਂ ਡਾਈਟਰੀ ਪ੍ਰੋਟੀਨਸ, ਇਹਨਾਂ ਦੀ ਡੀਗ੍ਰੇਡੇਸ਼ਨ ਹੋ ਕੇ ਅਮਾਈਨੋ ਐਸਿਡ ਬਣ ਜਾਂਦਾ ਹੈ। ਕੋਈ ਇੱਕ ਅਮਾਈਨੋ ਐਸਿਡ ਦਾ ਮੈਂ ਜਨਰਲ ਸਟਰਕਚਰ ਅਗਰ ਲਿਖਾਂ ਤਾਂ ਉਹ ਇਸ ਤਰੀਕੇ ਦਾ ਹੋਏਗਾ, ਤੇ ਜਿਹੜਾ ਗਰੁੱਪ ਆ ਉਹ ਮੈਂ ਕਾਮਨ ਆਰ ਗਰੁੱਪ ਲੈ ਲਿਆ। ਜਦੋਂ ਇਹ ਬ੍ਰੇਕ ਆਊਟ ਹੁੰਦਾ ਤੇ ਇਹ ਇੱਕ ਕੀਟੋ ਐਸਿਡ ਬਣਾਉਂਦਾ ਅਲੋਂਗ ਵਿਦ ਅਮਾਈਨੋ ਗਰੁੱਪ, ਰਾਈਟ। ਹੁਣ ਆ ਜਿਹੜਾ ਅਮਾਈਨੋ ਗਰੁੱਪ ਆ, ਇਹਨੂੰ ਅਗਰ ਮੈਂ ਟ੍ਰਾਂਸਫਰ ਕਰਦਾ ਐਲਫਾ ਕੀਟੋ ਗਲੂਟਰਿਕ ਐਸਿਡ ਨੂੰ, ਤੇ ਐਲਫਾ ਕੀਟੋ ਗਲੂਟਰੇਟ ਕੀ ਬਣ ਜਾਏਗਾ? ਗਲੂਟਾਮੇਟ। ਪਹਿਲਾਂ ਹਲੇ ਨਾ ਇੰਨਾ ਹੀ ਜਲਦੀ ਜਲਦੀ ਲਿਖ ਲਓ। ਸਭ ਤੋਂ ਪਹਿਲਾਂ ਜਦੋਂ ਇੰਟਰਾਸੈਲੂਲਰ ਜਿਹੜੇ ਪ੍ਰੋਟੀਨ ਆ ਉਹਨਾਂ ਦੀ ਬ੍ਰੇਕਡਾਊਨ ਹੋਈ ਤਾਂ ਅਮਾਈਨੋ ਐਸਿਡ ਬਣੇ ਹਨਾ। ਹਾਂ ਫਿਰ ਉਸ ਤੋਂ ਅਮਾਈਨੋ ਬਾਅਦ ਕੀ ਐਸਿਡ ਦੱਸਿਆ ਸੀ ਆਹ? ब्रेकडाउन होके कीटो एसिड प्लस ठीक है, फिर अमोनिया ब्रेकडाउन। अमोनियम आयन, ये सारा काम हो रहा है लीवर च। ओके, अमोनियम आयन बने। उस तो बाद जेड़ा अल्फा कीटो ग्लूटरेट होएगा ਉਹਦਾ ਸਟਰਕਚਰ ਕੀ ਸੀ? COO ਨੈਗੇਟਿਵ CH2 CH2 COO ਨੈਗੇਟਿਵ ਤੇ ਅਲਫਾ ਕੀਟੋ ਗਲੂਟਰੇਟ ਜਿਹੜਾ ਅਮੋਨੀਆ ਗਰੁੱਪ ਅਮੋਨੀਅਮ ਆਇਨ ਉਹਦੇ ਚ ਸੀਗਾ, ਪਿਛਲੇ ਰਿਐਕਸ਼ਨ ਚ ਰਿਲੀਜ਼ ਹੋਇਆ, ਉਹ ਇਹਦੇ ਚ ਯੂਜ਼ ਹੋ ਗਿਆ ਤੇ ਉਹਨੇ ਇਹਨੂੰ ਚੇਂਜ ਕਰਤਾ ਗਲੂਟਾਮੇਟ ਚ। COO ਨੈਗੇਟਿਵ, ਇੱਥੇ H ਇੱਕ ਐਡਜਸਟ ਹੋ ਗਿਆ, ਇੱਕ CH3 ਇੱਥੇ ਐਡਜਸਟ ਹੋ ਗਿਆ, ਕਿ CH2 CH2 COO ਨੈਗੇਟਿਵ ਸਾਰਾ ਸੇਮ, ਸਿਰਫ R ਰਿਮੂਵ ਹੋ ਕੇ ਇਹਦੀ ਜਗ੍ਹਾ ਤੇ ਆ ਲੱਗ ਗਿਆ ਤੇ ਗਲੂਟਾਮੇਟ ਬਣ ਗਿਆ। ਗਲੂਟਾਮੇਟ ਇਜ਼ ਅ ਅਮਾਈਨੋ ਐਸਿਡ। ਸਾਰਾ ਵਰਕ ਲਿਵਰ ਚ ਹੋ ਰਿਹਾ। ਹੁਣ ਇਹ ਰਿਐਕਸ਼ਨ ਰਿਵਰਸੀਬਲ ਵੀ ਹੁੰਦੀ ਆ। ਇਦਾਂ ਵੀ ਹੋ ਸਕਦਾ ਕਿ ਗਲੂਟਾਮੇਟ ਬ੍ਰੇਕ ਹੋ ਕੇ ਉਹ ਅਲਫਾ ਕੀਟੋ ਗਲੂਟਰੇਟ ਤੇ ਅਮੋਨੀਅਮ ਆਇਨ ਬਣਾ ਦਵੇ। ਠੀਕ ਹੈ। ਤੇ ਆ ਜਿਹੜਾ ਅਮੋਨੀਅਮ ਆਇਨ ਬਣੇਗਾ, ਲੈਟ ਇਟ ਬੀ, ਤੇ ਇਹ ਜਾਂ ਤਾਂ ਅਲਫਾ ਕੀਟੋ ਗਲੂਟਰੇਟ ਤੋਂ ਗਲੂਟਾਮੇਟ ਬਣਾਉਣ ਚ ਯੂਜ਼ ਹੋ ਸਕਦਾ, ਜਾਂ ਫਿਰ ਇਹ ਯੂਰੀਆ ਸਾਈਕਲ ਚ ਵੀ ਜਾ ਸਕਦਾ ਅਗਰ ਇਹ ਐਕਸੈਸ ਚ ਹੈਗਾ, ਤਾਂ ਕਿ ਇਹਦਾ ਐਕਸਕ੍ਰੀਸ਼ਨ ਹੋ ਜਾਏ। ਠੀਕ ਹੈ। ਉਸ ਤੋਂ ਬਾਅਦ ਗਲੂਟਾਮੇਟ ਆ ਜਿਹੜਾ, ਗਲੂਟਾਮੇਟ ਸੀ COO ਨੈਗੇਟਿਵ CH3 positive CH2 COO ਨੈਗੇਟਿਵ। ਅਗਰ ਇਹਦੇ ਚ ਇੱਕ ਹੋਰ ਅਮੋਨੀਆ ਗਰੁੱਪ ਐਡ ਹੋ ਜੇ, ਮਤਲਬ ਇਹਦੀ ਅਮਾਈਡ ਕਨਵਰਜਨ ਹੋ ਜੇ, ਤੇ ਇਹ ਗਲੂਟਾਮੇਟ ਤੋਂ ਗਲੂਟਾਮਾਈਨ ਬਣਾ ਸਕਦਾ। ਅਮਾਈਨੋ ਐਸਿਡ ਹੈ ਵੀ ਇੱਕ। ਗਲੂਟਾਮੀਨ ਦਾ ਸੋਰਸ ਕੀ ਆ? ਮਸਲ ਸੈਲਸ। ਮਤਲਬ ਮਸਲ ਸੈਲ ਚ ਬਣਦੇ? ਮਸਲ ਸੈਲਸ ਤੋਂ ਇਹ ਲਿਵਰ ਚ ਆਂਦਾ ਹੈਗਾ। ਐਕਸੈਸ ਆਫ ਗਲੂਟਾਮਾਈਨ ਮਸਲ ਸੈਲਸ ਤੋਂ ਲਿਵਰ ਚ ਆ ਕੇ ਤੇ ਉਹ ਬ੍ਰੇਕ ਵੀ ਹੋ ਸਕਦਾ ਹੈਗਾ ਗਲੂਟਾਮੇਟ ਤੇ ਅਮੋਨੀਅਮ ਆਇਨ ਚ, ਤੇ ਜੇ ਅਮੋਨੀਅਮ ਆਇਨ ਐਕਸੈਸ ਚ ਹੈਗਾ ਤੇ ਅਮੋਨੀਅਮ ਆਇਨ ਯੂਰੀਆ ਸਾਈਕਲ ਚ ਜਾ ਸਕਦਾ। ਮਤਲਬ ਇਹ ਸਾਰੀਆਂ ਰਿਵਰਸੀਬਲ ਰਿਐਕਸ਼ਨਸ ਆ। ਜੇ ਸੈੱਲ ਵਿੱਚ ਗਲੂਟਾਮੇਟ ਜ਼ਿਆਦਾ ਹੈਗਾ ਤੇ ਉਹ ਤੋਂ ਗਲੂਟਾਮਿਨ ਬਣ ਜਾਂਦਾ, ਜੇ ਗਲੂਟਾਮਿਨ ਜ਼ਿਆਦਾ ਵਾ ਤਾਂ ਗਲੂਟਾਮੇਟ ਬਣ ਜਾਂਦਾ। ਮਤਲਬ ਏਦਾਂ ਹੀ ਇਹਨਾਂ ਦੀ ਕਨਵਰਸ਼ਨ ਚੱਲਦੀ ਰਹਿੰਦੀ ਡਿਪੈਂਡਿੰਗ ਅਪਨ ਦਾ ਨੀਡ ਆਫ ਸੈਲ। ਗਲੂਟਾਮੇਟ ਵੀ ਬ੍ਰੇਕ ਹੋ ਕੇ ਐਲਫਾ ਕੀਟੋ ਗਲੂਟਰੇਟ ਤੇ ਅਮੋਨੀਅਮ ਆਇਨ ਬਣਾ ਸਕਦਾ। ਇਹ ਸਾਰਾ ਕੁਝ ਰੈਗੂਲੇਟ ਹੁੰਦਾ, ਸੈੱਲ ਡਿਸਾਈਡ ਕਰਦਾ ਵਾਟ ਟੂ ਡੂ ਔਰ ਵਾਟ ਨਾਟ ਟੂ ਡੂ। ਇਸ ਤੋਂ ਇਲਾਵਾ ਐਲਾਨਾਈਨ, ਇਹ ਵੀ ਮਸਲ ਸੈਲਸ ਤੋਂ ਆਉਂਦਾ। ਜਿੱਦਾਂ ਫॉर ਐਗਜ਼ਾਮਪਲ ਲਿਵਰ ਚ ਆ ਗਿਆ, ਐਲਾਨਾਈਨ ਦਾ ਸਟਰਕਚਰ ਕੀ ਸੀ? H NH3 ਪੋਜ਼ਿਟਿਵ CH2 ਬ੍ਰੇਕਅਪ ਹੋ ਕੇ ਇੱਕ ਕੀਟੋ ਐਸਿਡ ਬਣਾਉਂਦਾ,
उस कीटो एसिड ਨੂੰ ਆਪਾਂ ਕੀ ਕਹਿੰਦੇ ਆ ਪਾਇਰੂਵੇਟ along with production of ammonium ion ਅਮੋਨੀਅਮ ਆਇਨ ਹੁਣ ਇਹ ਵੀ ਹੋ ਸਕਦਾ ਕਿ ਪਾਇਰੂਵੇਟ ਨਾਲ ਜੁੜ ਕੇ ਦੁਬਾਰਾ ਤੋਂ ਐਲਐਨਾਈਨ ਬਣਾ ਦੇਵੇ ਕੋਈ ਹੋਰ ਅਮੋਨੀਅਮ ਆਇਨ ਨਾਲ ਜਾਂ ਫਿਰ ਇਹ ਅਮੋਨੀਅਮ ਆਇਨ ਕਿਤੇ ਵੀ ਯੂਜ਼ ਹੋ ਸਕਦਾ ਐਲਫਾ ਕੀਟੋਗਲੂਟਰੇਟ ਨੂੰ ਗਲੂਟਾਮੇਟ ਚ ਚੇਂਜ ਕਰਨ ਵਾਸਤੇ ਠੀਕ ਹੈ ਜਾਂ ਫਿਰ ਇਹ ਜਾ ਸਕਦਾ ਯੂਰੀਆ ਸਾਈਕਲ ਚ ਐਕਸਕ੍ਰੀਸ਼ਨ ਵਾਸਤੇ नेक्स्ट आ गया ट्रांसअमीनेशन रिएक्शंस नेम तो ही क्लियर है ट्रांस मींस ट्रांसफर एमिनेशन मींस अमाइन ग्रुप ਦਾ ट्रांसफर ਇਹਦੇ ਚ ਕੀ ਹੁੰਦਾ ਕਿ ਇਹ ਹੁੰਦੀਆਂ ਵੀ ਲਿਵਰ ਚ ठीक है alpha amino group is transferred to alpha ketoglutarate or keto acid is formed ਜਿੱਦਾਂ ਹੁਣ ਅਗਰ ਇਹ ਚ enzyme ਕਿਹੜਾ ਇਨਵੋਲਵ ਹੁੰਦਾ PLP enzyme ਤਾਂ transaminase ਹੋਏਗਾ ਤੇ ਇਹਦਾ coenzyme PLP PLP ਕੀ ਆ pyridoxal phosphate एक मिनट आ नहीं समझा की क्या एक मिनट आ पता लगे कि इनसाइड लीवर ਹੁੰਦੀ ਆ ਅਗਲੀ ਲਾਈਨ ਦਾ ਮਤਲਬ ਦੱਸੀ ਕੀ ਲਿਖਿਆ एंजाइम आ ट्रांसअमाइनेज एंजाइम यूज ਹੁੰਦਾ ਤੇ एंजाइम ਨੂੰ ਐਕਟੀਵੇਟ ਕਰਨ ਲਈ ਕੋਐਂਜ਼ਾਈਮ ਹੁੰਦਾ PLP ਦੀ ਫੁੱਲ ਫਾਰਮ ਪਾਇਰੀਡੋਕਸਲ ਫਾਸਫੇਟ अच्छा अच्छा ਜਿੱਦਾਂ ਹੁਣ ਮੰਨ ਲਓ ਕਿ ਇੱਕ ਐਲਫਾ ਕੀਟੋਗਲੂਟਰੇਟ ਹੈ COO negative CH2 CH2 CO negative alpha ketoglutarate अल्फा कीटोग्लूटरेट और उस बाद मान लो इतने एक अमाइनो एसिड है जनरल अमाइनो एसिड कोई भी आर ग्रुप लेके करांगे ना हुन ए जो अमाइनो एसिड ब्रेक हुंदा अमोनियम आयन रिलीज करता चेंज हो जाता कीटो एसिड इस अमोनियम आयन का यूज करांगे ट्रांसफर वास्ते इनू ते अल्फा कीटोग्लूटरेट की बन जाता ग्लूटामेट मींस जिन्ने भी अमाइनो एसिड है ना वो सारे दे सारे अपना जेड़ा अमोनिया ग्रुप हुंदा अमाइन ग्रुप हुंदा वो ट्रांसफर कर देंगे ग्लूटामेट को ਹੁਣ ਇੱਥੇ R ਗਰੁੱਪ ਦੀ ਜਗ੍ਹਾ ਤੇ ਮੈਂ ਅਗਰ CH2 ਲਗਾ ਦਵਾਂ ਐਲਐਨਾਈਨ ਬਣ ਜਾਏਗਾ CH2COO ਨੈਗੇਟਿਵ ਲਗਾ ਦਵਾਂ ਤਾਂ ਐਸਪਾਰਟੇਟ ਬਣ ਜਾਏਗਾ ਇਹਦੇ ਡਿਫਰੈਂਟ ਅਮਾਈਨੋ ਐਸਿਡਸ ਜਿੰਨੇ ਵੀ ਹੁੰਦੇ ਆ ਉਹ ਸਾਰੇ ਜਦੋਂ ਕੀਟੋ ਐਸਿਡ ਚ ਕਨਵਰਟ ਹੁੰਦੇ ਆ ਦੇ ਟ੍ਰਾਂਸਫਰ देयर ਅਮਾਈਨੋ ਗਰੁੱਪ ਟੂ ਦਾ alpha ketoglutarate and glutamate is formed ਗਲੂਟਾਮੇਟ ਨੂੰ ਅੱਗੇ ਟ੍ਰਾਂਸਫਰ ਕੀਤਾ ਜਾਂਦਾ ਹੈਗਾ ਆਕਸੀਡੇਟਿਵ ਡੀਅਮਾਈਨੇਸ਼ਨ ਕਰਕੇ ਉਹ ਵੀ ਆਪਾਂ ਪੜ੍ਹਨੀ ਆ ਹੁਣੇ ਪਰ ਆਹ ਵਾਲਾ ਬਹੁਤ ਇੰਪੋਰਟੈਂਟ ਹੈਗਾ ਟ੍ਰਾਂਸਐਮੀਨੇਸ਼ਨ ठीक है हम जल्दी जल्दी ये फीचर्स कर लेने हैं फर्स्ट फीचर ये आ कि इनू PLP ਦੀ ਰਿਕੁਆਇਰਮੈਂਟ ਹੁੰਦੀ ਹੈ ਪਾਇਰੀਡੋਕਸਲ ਫਾਸਫੇਟ ਦੀ ਸੈਕੰਡ ਫੀਚਰ ਇਜ਼ ਦੈਟ ਕਿ ਸਾਰੇ ਅਮਾਈਨੋ ਐਸਿਡ ਦੀਆਂ ਟ੍ਰਾਂਸਅਮੀਨੇਸ਼ਨ ਰਿਐਕਸ਼ਨਸ ਹੁੰਦੀਆਂ ਬਟ ਜਿਹੜੇ ਐਲੈਨਾਈਨ ਟ੍ਰਾਂਸਅਮੀਨੇਜ਼ ਆ ਤੇ ਐਸਪਾਰਟੇਟ ਟ੍ਰਾਂਸਅਮੀਨੇਜ਼ ਆ ਉਹ ਜ਼ਿਆਦਾ ਸਿਗਨੀਫੀਕੈਂਟ ਆ
ठीक है। और इन्हां विच कोई फ्री अमोनीਆ रिलीज नहीं हुंदा, बल्कि अमोनीਆ ट्रांसफर हुंदा ना अल्फा कीटोग्लूटरेट नूं, ताकि ग्लूटामेट बन सके। नो फ्री अमोनीਆ इज रिलीज्ड। थर्ड फीचर इज दैट कि ये रिवर्सिबल रिएक्शंस हुंदियां। फोर्थ, ਜਿਹੜੇ ਐਕਸੈਸ ਅਮਾਈਨੋ ਐਸਿਡ ਹੁੰਦੇ ਆ ਉਹਨਾਂ ਨੂੰ એનર્ਜੀ ਜਨਰੇਸ਼ਨ 'ਚ ਡਾਇਵਰਟ ਕਰ ਦਿੰਦੀਆਂ। ਐਲਫਾ ਅਮਾਈਨੋ ਐਸਿਡਸ ਦੇ ਨਾਲ ਨਾਲ ਜਿਹੜੇ ਡੈਲਟਾ ਅਮਾਈਨੋ ਐਸਿਡਸ ਆ ਉਹ ਵੀ ਪਾਰਟਿਸਿਪੇਟ ਕਰਦੇ ਆ। फिर इंपॉर्टेंट है ये फॉर बायोसिंथेसिस ऑफ नॉन एसेंशियल अमाइनो एसिड्स। राइट। फिर एक लास्ट इंपॉर्टेंट फीचर दैट इज सारे दे सारे अमाइनो एसिड्स अंडरगो, ਇਹਦੀ एक्सेप्शन भी हैगी है, ठीक है। ट्रांस अमीनेशन रिएक्शन, जिन्ने भी अमाइनो एसिड ट्रांस अमीनेशन रिएक्शन करते हैं, ट्रांसफर देयर अमाइनो ग्रुप टू ग्लूटामेट। आफ्टरवर्ड्स ग्लूटामेट जिहड़ा सिर्फ undergoes oxidative deamination and ammonia produce कर दिंदा for urea cycle। सारे अमाइनो एसिड ਇਹਦੇ ਚ ट्रांस अमीनेशन रिएक्शंस ਚ पार्टिसिपेट करते आ, बट लाइसिन, थ्रियोनीन, प्रोलीन do not participate। ओके। ਹੁਣ ਥੋੜਾ ਦੱਸ ਦਿੰਨੀ ਕਿ ਡੀ ਅਮੀਨੇਸ਼ਨ ਰਿਐਕਸ਼ਨਸ ਕੀ ਹੁੰਦੀਆਂ ਹੈਗੀਆਂ। ਆਹੀ ਕਿਹਾ ਸੀਗਾ ਕਿ ਗਲੂਟਾਮੇਟ ਦੀ ਹੁੰਦੀ ਹੈ ਰਿਐਕਸ਼ਨ, ਰਿਮੂਵਲ ਆਫ ਅਮੋਨੀਆ ਗਰੁੱਪ। ਅਮੋਨੀਆ ਦੀ ਫਾਰਮ ਚ ਅਮਾਈਨੋ ਗਰੁੱਪ ਦਾ ਰਿਮੂਵਲ ਹੁੰਦਾ। ਹੁਣ ਆਕਸੀਡੇਟਿਵ ਡੀਐਮੀਨੇਸ਼ਨ ਚ ਕੀ ਹੁੰਦਾ ਹੈਗਾ, ਇਹ ਸਾਰਾ ਕੰਮ ਹੋਏਗਾ ਆਕਸੀਡੇਟਿਵ ਡੀਐਮੀਨੇਸ਼ਨ ਦਾ ਲੀਵਰ ਤੇ ਕਿਡਨੀ ਚ। ਇੰਜ਼ਾਈਮ ਜਿਹੜਾ ਇਹਦੇ ਲਈ ਇਨਵੋਲਵ ਹੁੰਦਾ ਉਹਦਾ ਨਾਮ ਹੈ glutamate dehydrogenase। ਹੁਣ ग्लूटामेट dehydrogenase ਦੀ ਪ੍ਰੈਜ਼ੈਂਸ ਚ NADP plus ਨੂੰ NADPH plus H plus ਚ ਕਨਵਰਟ ਕਰਕੇ ਪਹਿਲਾਂ ग्लूटामेट ਦਾ ਸਟਰਕਚਰ ਅਗਰ ਮੈਂ ਬਣਾਵਾਂ, ਸੋ ਇਟ ਇਜ਼ ਮੋਰ ਔਰ ਲੈਸ ਲਾਈਕ ਦਿਸ ਓਨਲੀ। ग्लूटामेट ਇਹ ਪਹਿਲਾਂ ਬਣੇਗਾ, 2 ਹਾਈਡਰੋਜਨ ਰਿਮੂਵ ਹੋਏ ਨਾ,
1 और 2 दोनों इत्थों रिमूव हो गए, इत्थे डबल बॉन्ड आ गया, GDH की है? ग्लूटामेट डिहाइड्रोजिनेज। CH2 CH2 COO नेगेटिव, ਇਹਦਾ ਨਾਮ ਕੀ ਆ? अल्फा इमाइनो ग्लूटामेट। वाटर ग्लूटामेट डिहाइड्रोजिनेज ਤੇ अल्फा कीटोग्लूटरेट बन ਜਾਂਦਾ। ओके, बस इन्ना ही ठीक है। ਸੀਗਾ ਇਹ। ਹੁਣ ਨੈਕਸਟ ਟਾਈਮ ਲਾਈਕ ਆਪਾਂ ਯੂਰੀਆ ਸਾਈਕਲ ਕਰਾਂਗੇ।